ਬਾ ਬੇਟਾ ਦੇ ਰੂਪਾ ਨਾਮ ਤੇ ਆਮੈਨ। ਸਭ ਭੈਣ ਭਰਾਵਾਂ ਨੂੰ ਯਿਸੂ ਮਸੀਹ ਦੀ ਸਲਾਮ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪਰ ਯਿਸੂ ਮਸੀਹ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਨੂੰ ਅੱਜ ਦਾ ਦਿਨ ਅੱਜ ਦਾ ਸਮਾਂ ਦਿੱਤਾ ਹੈ, ਅੱਜ ਦੇ ਵਚਨ ਦਿੱਤੇ ਹਨ ਕਿ ਅਸੀਂ ਸਭ ਭੈਣ ਭਰਾ ਮਿਲ ਕੇ ਪ੍ਰਭੂ ਦਾ ਧੰਨਵਾਦ, ਉਸ ਦੀ ਮਹਿਮਤ ਦੀ ਵਡਿਆਈ ਕਰੀਏ, ਉਸ ਦੇ ਵਚਨ ਪੜ੍ਹ ਕੇ ਆਪਣੇ ਭੈਣ ਭਰਾਵਾਂ ਨੂੰ ਸ਼ੇਅਰ ਕਰੀਏ। ਪ੍ਰਭੂ ਦੇ ਪਿੱਤਰ ਜਨ ਦੁਆ ਕਰਦੇ ਹਾਂ, ਬੇਨਤੀਆਂ ਕਰਦੇ ਹਾਂ ਕਿ ਪਰਮੇਸ਼ਰ ਸਾਨੂੰ ਸਭ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੇਵੇ ਤਾਂ ਕਿ ਅਸੀਂ ਪ੍ਰਭੂ ਦੇ ਵਚਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਸਕੀਏ, ਸੁਣ ਸਕੀਏ, ਸਮਝ ਸਕੀਏ। ਮੇਰੇ ਭੈਣ ਭਰਾਓ, ਅੱਜ ਅਸੀਂ ਪਵਿੱਤਰ ਬਾਈਬਲ 'ਚੋਂ ਪੁਰਾਣਾ ਇਤਨਾਮਾ ਹਿਜਕੀਏਲ ਨਬੀ ਦਾ ਗ੍ਰੰਥ ਚੈਪਟਰ 16 1 ਤੋਂ 15 ਆਇਤਾਂ ਪੜ੍ਹਾਂਗੇ, ਫਿਰ 60 ਤੇ 63 ਆਇਤ ਪੜ੍ਹਾਂਗੇ। ਹਿਜਕੀਏਲ chapter 16 verses 1 till 15, verse 60 and verse 63. I clothed you with my own splendor, but you made yourself a prostitute. मैं अपने पूरे जोश ਨਾਲ पूरे प्यार नाल कपड़े पाए, पर तू एक वेश्वा अपने आप बन गया। विश्वासघाती यरूशलेम। प्रभु ने मैनू कहा, मन पुत्र तू यरूशलेम उत्ते उससे कढ़ाने कमां नूं प्रगट कर। तू यरूशलेम नूं दस जो प्रभु परमेश्वर ਉਸ ਨੂੰ ਕਹਿ ਰਿਹਾ ਹੈ। ਤੂੰ ਕਨਾਨ ਦੀ ਧਰਤੀ ਉੱਤੇ ਪੈਦਾ ਹੋਈ ਸੀ। ਤੇਰਾ ਪਿਤਾ ਅਮੋਰੀ ਅਤੇ ਮਾਤਾ ਹਿੱਤੀ ਸੀ। ਜਦੋਂ ਤੂੰ ਜੰਮੀ ਸੀ ਤਾਂ ਕਿਸੇ ਨੇ ਤੇਰਾ ਨਾੜੂ ਨਾ ਕੱਟਿਆ, ਕਿਸੇ ਨੇ ਤੈਨੂੰ ਪਾਣੀ ਨਾਲ ਨਾ ਨਵਾਇਆ, ਨਾ ਤੈਨੂੰ ਲੂਣ ਮਲਿਆ ਅਤੇ ਨਾ ਤੈਨੂੰ ਕੱਪੜੇ ਵਿੱਚ ਲਪੇਟਿਆ ਸੀ। ਕਿਸੇ ਨੇ ਤੇਰੇ ਉੱਤੇ ਇਹ ਸਭ ਕਰਨ ਲਈ ਤਰਸ ਨਾ ਖਾਧਾ। ਜਦੋਂ ਤੂੰ ਜੰਮੀ ਸਾਂ ਤਾਂ ਕਿਸੇ ਨੇ ਤੈਨੂੰ ਪਿਆਰ ਨਾ ਕੀਤਾ, ਸਗੋਂ ਤੂੰ ਖੁੱਲ੍ਹੇ ਮੈਦਾਨ ਵਿੱਚ ਸੁੱਟ ਦਿੱਤੀ ਗਈ ਸਾਂ। ਤਦ ਜਦੋਂ ਮੈਂ ਉਸ ਪਾਸੋਂ ਦੀ ਲੰਘਿਆ ਤਾਂ ਤੈਨੂੰ ਦੇਖਿਆ ਕਿ ਤੂੰ ਆਪਣੇ ਲਹੂ ਵਿੱਚ ਲਿਬੜੀ ਹੋਈ ਪਈ ਸੀ। ਤੂੰ ਲਹੂ ਨਾਲ ਨਹਾ ਚੁੱਕੀ ਸੀ। ਪਰ ਮੈਂ ਤੈਨੂੰ ਮਰਨ ਨਾ ਦਿੱਤਾ। ਮੈਂ ਤੈਨੂੰ ਇੱਕ ਸੁੰਦਰ ਪੌਦੇ ਦੀ ਤਰ੍ਹਾਂ ਵਧਾਇਆ ਤਾਂ ਤੂੰ ਤਕੜੀ, ਉੱਚੀ, ਲੰਮੀ ਇੱਕ ਜਵਾਨ ਮੁਟਿਆਰ ਦਾ ਰੂਪ ਧਾਰ ਲਿਆ। ਤੇਰੀਆਂ ਛਾਤੀਆਂ ਪੂਰੀ ਤਰ੍ਹਾਂ ਨਾਲ ਉੱਠ ਚੁੱਕੀਆਂ ਅਤੇ ਤੇਰੇ ਵਾਲ ਲੰਮੇ ਹੋ ਗਏ ਸਨ, ਪਰ ਤੂੰ ਨੰਗੀ ਸੀ। ਜਦ ਮੈਂ ਦੁਬਾਰਾ ਉਸ ਪਾਸੋਂ ਤੋਂ ਦੀ ਲੰਘਿਆ ਤਾਂ ਮੈਂ ਦੇਖਿਆ ਕਿ ਤੇਰੇ ਪਿਆਰ ਕਰਨ ਦਾ ਸਮਾਂ ਆ ਗਿਆ ਹੈ। ਮੈਂ ਤੇਰੇ ਨੰਗੇ ਸਰੀਰ ਨੂੰ ਆਪਣੀ ਚਾਦਰ ਨਾਲ ਢੱਕ ਦਿੱਤਾ ਅਤੇ ਤੇਰੇ ਨਾਲ ਪ੍ਰਤਿਗਿਆ ਕੀਤੀ ਕਿ ਮੈਂ ਤੈਨੂੰ ਪਿਆਰ ਕਰਾਂਗਾ। ਮੈਂ ਤੇਰੇ ਨਾਲ ਵਿਆਹ ਦਾ ਨੇਮ ਕੀਤਾ ਅਤੇ ਤੂੰ ਮੇਰੀ ਹੋ ਗਈ ਸਾਂ। ਪ੍ਰਭੂ ਪਰਮੇਸ਼ਰ ਇਹ ਕਹਿੰਦਾ ਹੈ। ਤਦ ਮੈਂ ਪਾਣੀ ਲੈ ਕੇ ਤੇਰੇ ਸਰੀਰ ਉੱਤੇ ਲੱਗੇ ਲਹੂ ਨੂੰ ਧੋਇਆ ਅਤੇ ਤੈਨੂੰ ਜੈਤੂਨ ਦੇ ਤੇਲ ਦੀ ਮਾਲਿਸ਼ ਕੀਤੀ। ਮੈਂ ਤੈਨੂੰ ਕਸੀਦੇ ਵਾਲੇ ਕੱਪੜੇ ਪਾਏ, ਚੰਗੇ ਤੋਂ ਚੰਗੇ ਪੈਰੀਂ ਜੁੱਤੀ ਪਵਾਈ, ਮਲਮਲ ਦੀ ਚੁੰਨੀ ਨਾਲ ਤੇਰਾ ਸਿਰ ਢਕਿਆ ਅਤੇ ਰੇਸ਼ਮੀ ਚਾਦਰ ਤੇਰੇ ਉੱਤੇ ਦਿੱਤੀ। ਮੈਂ ਤੈਨੂੰ ਗਹਿਣਿਆਂ ਨਾਲ ਸਜਾਇਆ, ਤੇਰੇ ਹੱਥੀਂ ਚੂੜੀਆਂ ਅਤੇ ਗਲ ਵਿੱਚ ਹਾਰ ਪਾਇਆ। ਮੈਂ ਤੈਨੂੰ ਨੱਥ, ਕਾਂਟੇ ਅਤੇ ਸੁੰਦਰ ਤਾਜ ਤੇਰੇ ਸਿਰ ਉੱਤੇ ਰੱਖਣ ਲਈ ਦਿੱਤਾ। ਤੇਰੇ ਕੋਲ ਹਮੇਸ਼ਾ ਸੋਨੇ ਅਤੇ ਚਾਂਦੀ ਦੇ ਗਹਿਣੇ ਸਨ ਅਤੇ ਤੇਰੇ ਕੋਲ ਮਲਮਲ ਅਤੇ ਰੇਸ਼ਮੀ ਕੱਪੜੇ ਸਨ। ਤੇਰੇ ਕੋਲ ਚੰਗੀ ਤੋਂ ਚੰਗੀ ਕਣਕ ਦੀ ਰੋਟੀ, ਸ਼ਹਿਦ ਅਤੇ ਜੈਤੂਨ ਦਾ ਤੇਲ
ਤੇਰੇ ਕੋਲ ਖਾਣ ਲਈ ਸੀ। ਤੂੰ ਅਤੀ ਸੁੰਦਰ ਸਾਂ ਅਤੇ ਤੂੰ ਰਾਣੀ ਬਣ ਗਈ ਸੀ। ਤੂੰ ਸਭ ਕੌਮਾਂ ਵਿੱਚ ਆਪਣੀ ਸੁੰਦਰਤਾ ਲਈ ਪ੍ਰਸਿੱਧ ਹੋ ਗਈ ਸੀ, ਕਿਉਂਕਿ ਤੈਨੂੰ ਸੁੰਦਰਤਾ ਦੇਣ ਵਾਲਾ ਮੈਂ ਹੀ ਸਾਂ। ਪ੍ਰਭੂ ਪਰਮੇਸ਼ਰ ਨੇ ਇਹ ਕਿਹਾ ਹੈ। ਪਰ ਤੂੰ ਆਪਣੀ ਸੁੰਦਰਤਾ ਅਤੇ ਪ੍ਰਸਿੱਧੀ ਦੀ ਬੁਰੀ ਵਰਤੋਂ ਕੀਤੀ ਅਤੇ ਜੋ ਕੋਈ ਤੇਰੇ ਕੋਲੋਂ ਦੀ ਲੰਘਿਆ ਤੂੰ ਉਸ ਨਾਲ ਸੌਂ ਕੇ ਵਿਵਚਾਰ ਕੀਤਾ। ਪਰ ਮੈਂ ਤੇਰੇ ਬਚਪਨ ਸਮੇਂ ਦੇ ਕੀਤੇ ਆਪਣੇ ਨੇਮ ਦਾ ਆਦਰ ਕਰਾਂਗਾ ਅਤੇ ਮੈਂ ਤੇਰੇ ਨਾਲ ਇੱਕ ਹਮੇਸ਼ਾ ਰਹਿਣ ਵਾਲਾ ਨੇਮ ਬੰਨਾਂਗਾ। ਮੈਂ ਤੇਰੇ ਕੀਤੇ ਸਭ ਅਪਰਾਧਾਂ ਨੂੰ ਮਾਫ ਕਰ ਦੇਵਾਂਗਾ, ਪਰ ਤੂੰ ਉਹਨਾਂ ਨੂੰ ਯਾਦ ਕਰਕੇ ਸ਼ਰਮਿੰਦੀ ਹੋਵੇਂਗੀ ਅਤੇ ਆਪਣੇ ਮੂੰਹ ਉੱਤੇ ਨਹੀਂ ਲਿਆਉਣਾ ਚਾਹੇਂਗੀ। ਪ੍ਰਭੂ ਪਰਮੇਸ਼ਰ ਨੇ ਇਹ ਕਿਹਾ ਹੈ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪਿਤਾ ਪਰਮੇਸ਼ਰ ਆਸ਼ੀਰਵਾਦ ਬਰਕਤ ਦੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, ਪ੍ਰਭੂ ਪਰਮੇਸ਼ਰ ਦਾ ਇਹ ਸੰਦੇਸ਼ ਹਿਜਕਿਯਾਹ ਨਬੀ ਰਾਹੀਂ ਯਹੂਦਾ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਯਾਦ ਕਰਵਾਇਆ ਗਿਆ ਕਿ ਜਦੋਂ ਉਹ ਕਨਾਨ ਦੀ ਧਰਤੀ 'ਤੇ ਰਹਿ ਰਹੇ ਸਨ, ਇੱਕ ਜਵਾਨ ਬੱਚੇ ਤੋਂ ਇੱਕ ਨੌਜਵਾਨ ਔਰਤ ਪੁਣੇ ਦੀ ਕਲਪਨਾ ਵਰਤੀ ਗਈ ਹੈ। ਪਰਮੇਸ਼ਰ ਯਿਸੂ ਨੂੰ ਯਾਦ ਕਰਾਉਂਦਾ ਹੈ ਕਿ ਉਸਨੇ ਉਸ ਨੂੰ ਇੱਕ ਛੋਟੀ ਹਾਲਤ ਤੋਂ ਇੱਕ ਵੱਡੇ ਮਹਾਨ ਮਹਿਮਾ ਵਾਲੇ ਕਦਮ ਤੱਕ ਦੁਲਹਨ ਦੀ ਤੌਰ 'ਤੇ ਵੱਡੇ ਕੀਤਾ ਹੈ। ਉਸਨੇ ਪਰਮੇਸ਼ਰ ਦੇ ਭਰੋਸੇ ਨੂੰ ਵਿਸ਼ਵਾਸਘਾਤ ਕੀਤਾ ਅਤੇ ਆਪਣੇ ਆਪ ਨੂੰ ਵੇਸ਼ਵਾ ਬਣਾਇਆ। ਗੈਰ ਯਹੂਦੀ ਲੋਕਾਂ ਦੇ ਰਸਮ ਰਿਵਾਜ਼ਾਂ ਨੂੰ ਗ੍ਰਹਿਣ ਕਰਕੇ, ਅਡਾਪਟ ਕਰਕੇ ਪਰਮੇਸ਼ਰ ਉੱਪਰ ਆਪਣੇ ਭਰੋਸੇ ਨੂੰ ਖਤਮ ਕੀਤਾ। ਇਸੇ ਤਰ੍ਹਾਂ ਅਸੀਂ ਵੀ ਕਿਸੇ ਚੀਜ਼ ਲਈ, ਪਰਿਵਾਰ ਜਾਂ ਪੜ੍ਹਾਈ ਜਾਂ ਆਨੰਦ ਲਈ ਪ੍ਰਭੂ ਪਰਮੇਸ਼ਰ ਨੂੰ ਇੱਕ ਪਾਸੇ ਕਰ ਦਿੰਦੇ ਹਾਂ, ਉਸ ਨੂੰ ਤਿਆਗ ਦਿੰਦੇ ਹਾਂ। ਕਨਾਨ ਉਸ ਭੂਮੀ ਦਾ ਨਾਂ ਸੀ ਜਿਸ ਨੂੰ ਇਸਰਾਏਲੀ ਕੌਮ ਨੇ ਜਿੱਤ ਲਿਆ ਸੀ। ਕਨਾਨੀ ਲੋਕ ਉੱਥੇ ਰਹਿੰਦੇ ਸਨ। ਪਵਿੱਤਰ ਬਾਈਬਲ ਇਸ ਨਾਮ ਦੇ ਭੂਮੀ ਦੇ ਬੁਰੇ ਗੈਰ ਯਹੂਦੀ ਕੌਮਾਂ ਨੂੰ ਸੰਬੋਧਨ ਕਰਨ ਲਈ ਵਰਤਦੀ ਹੈ। ਅਮੋਰੀ ਅਤੇ ਹਿੱਤੀ ਦੋਨੋਂ ਕਨਾਨੀ ਲੋਕ ਆਪਣੇ ਬੁਰਾਈਆਂ ਕਾਰਨ ਮਸ਼ਹੂਰ ਪ੍ਰਸਿੱਧ ਸਨ। ਪਰ ਇੱਥੇ ਪਰਮੇਸ਼ਰ ਦੱਸਦਾ ਹੈ ਕਿ ਉਸਦੇ ਲੋਕ ਕਨਾਨੀ ਲੋਕਾਂ ਨਾਲੋਂ ਕੋਈ ਵਧੀਆ ਨਹੀਂ ਹਨ। ਪ੍ਰਭੂ ਪਰਮੇਸ਼ਰ ਨੇ ਯਹੂਦੀਆਂ ਦੇ ਲੋਕਾਂ ਨੂੰ ਪਿਆਰ ਕੀਤਾ ਅਤੇ ਉਹਨਾਂ ਨੂੰ ਸੰਭਾਲ ਕੇ ਰੱਖਿਆ। ਇਹ ਕੇਵਲ ਇਸ ਲਈ ਹੋਇਆ ਕਿ ਉਹ ਦੂਜੇ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਸ਼ੁਰੂ ਕਰਤੀ ਸੀ ਅਤੇ ਆਪਣੇ ਆਪ ਨੂੰ ਪ੍ਰਭੂ ਪਰਮੇਸ਼ਰ ਤੋਂ ਦੂਰ ਕਰ ਦਿੱਤਾ। ਆਪਣੇ ਪ੍ਰਭੂ ਪਰਮੇਸ਼ਰ ਨੂੰ ਭੁੱਲ ਗਏ ਸਨ। ਇਸਰਾਏਲੀ ਕੌਮ, ਯਹੂਦੀ ਕੌਮ ਨੌਜਵਾਨ ਹੋਈ, ਵਧੀ ਅਤੇ ਮਸ਼ਹੂਰ ਹੋ ਗਈ, ਪਰ ਲੋਕ ਉਸ ਨੂੰ ਭੁੱਲ ਗਏ ਜਿਸ ਨੇ ਉਹਨਾਂ ਨੂੰ ਜੀਵਨ ਦਿੱਤਾ। ਉਸ ਆਪਣੇ ਰਚਨਾਰੇ ਨੂੰ ਭੁੱਲ ਗਏ ਜਿਸ ਨੇ ਉਹਨਾਂ ਨੂੰ ਜੀਵਨ ਦਿੱਤਾ ਸੀ। ਇਹ ਇੱਕ ਰੂਹਾਨੀ ਵਿਵਚਾਰ ਦਾ ਦ੍ਰਿਸ਼ ਹੈ ਜਿਹੜਾ ਸੱਚੇ ਪ੍ਰਭੂ ਪਰਮੇਸ਼ਰ ਤੋਂ ਮੁੜ ਜਾਣਾ ਅਤੇ ਗਲਤ ਰਸਤੇ ਪੈ ਜਾਣਾ। ਮੇਰੇ ਭੈਣ ਭਰਾਵੋ, ਜਦੋਂ ਅਸੀਂ ਜਵਾਨ ਅਤੇ ਬੁੱਧੀਮਾਨ ਹੋ ਜਾਂਦੇ ਹਾਂ, ਸਾਨੂੰ ਉਸ ਰਚਨਹਾਰੇ ਤੋਂ ਦੂਰ ਨਹੀਂ ਹੋਣਾ ਚਾਹੀਦਾ, ਆਪਣੇ ਪ੍ਰਭੂ ਪਰਮੇਸ਼ਰ ਤੋਂ ਦੂਰ ਨਹੀਂ ਹੋਣਾ ਚਾਹੀਦਾ ਜਿਹੜਾ ਸਾਨੂੰ ਸੱਚਾਈ ਨਾਲ ਪਿਆਰ ਕਰਦਾ ਹੈ। ਲੋਕ ਪ੍ਰਭੂ ਪਰਮੇਸ਼ਰ ਪ੍ਰਤੀ ਆਪਣੇ ਵਾਅਦਿਆਂ ਨੂੰ ਨਵਾਂ ਨਹੀਂ ਕਰ ਸਕੇ ਅਤੇ ਸਜ਼ਾ ਦੀ ਬਜਾਏ
ਕਿਸੇ ਚੀਜ਼ ਦੇ ਹੱਕਦਾਰ ਨਹੀਂ ਸਨ। ਪਰਮੇਸ਼ਰ ਨੇ ਲੋਕਾਂ ਪ੍ਰਤੀ ਆਪਣਾ ਵਾਅਦਾ ਪ੍ਰੋਮਿਸ ਨਹੀਂ ਤੋੜਿਆ। ਪਰਮੇਸ਼ਰ ਉਹਨਾਂ ਨੂੰ ਫਿਰ ਮਾਫ ਕਰੇਗਾ ਅਤੇ ਉਹਨਾਂ ਨਾਲ ਨਵਾਂ ਨੇਮ ਬਣੇਗਾ। ਇਸ ਨੇਮ ਦਾ ਪ੍ਰਭਾਵ ਹੋਇਆ ਸੀ ਜਦੋਂ ਪ੍ਰਭੂ ਯਿਸੂ ਨੇ ਸਲੀਬ ਉੱਤੇ ਚੜ੍ਹ ਕੇ ਆਪਣੀ ਮੌਤ ਦੁਆਰਾ ਹਰ ਇੱਕ ਦੇ ਪਾਪਾਂ ਦੀ ਕੀਮਤ ਚੁਕਾਈ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਹੈਬਰਿਊ ਚੈਪਟਰ 10 ਵਰਸ 8 till 10, ਇਬਰਾਨੀਆਂ ਚੈਪਟਰ 10 8 ਤੋਂ 10 ਆਇਤਾਂ। ਹਰ ਇੱਕ ਇਨਸਾਨ ਨੂੰ ਪਰਮੇਸ਼ਰ ਕੋਲੋਂ ਮਾਫੀ ਚਾਹੀਦੀ ਹੈ, ਚਾਹੇ ਅਸੀਂ ਸਜ਼ਾ ਤੋਂ ਛੁੱਟ ਕਿਸੇ ਚੀਜ਼ ਉੱਤੇ ਹੱਕ ਨਹੀਂ ਰੱਖਦੇ, ਫਿਰ ਵੀ ਪਰਮੇਸ਼ਰ ਦੇ ਹੱਥ ਸਾਡੇ ਲਈ ਖੁੱਲ੍ਹਦੇ ਹਨ। ਉਹ ਆਪਣੇ ਵਾਅਦੇ ਪ੍ਰੋਮਿਸਿਸ ਨੂੰ ਸਾਨੂੰ ਮੁਕਤੀ ਦੇਣ ਲਈ ਅਤੇ ਮਾਫੀ ਦੇਣ ਲਈ ਨਹੀਂ ਤੋੜਦਾ। ਜੇਕਰ ਅਸੀਂ ਪਾਪਾਂ ਤੋਂ ਪਛਤਾਵਾ ਕਰਕੇ ਉਸ ਵੱਲ ਮੁੜਦੇ ਹਾਂ ਤਾਂ ਸਾਨੂੰ ਪਰਮੇਸ਼ਰ ਮਾਫ ਕਰਕੇ ਆਪਣੀ ਸੰਤਾਨ ਬਣਾਉਂਦਾ ਹੈ, ਆਪਣੇ ਧੀਆਂ ਪੁੱਤਰ ਬਣਾਉਂਦਾ ਹੈ। ਸੋ ਮੇਰੇ ਭੈਣ ਪ੍ਰਭੂ ਪਰਮੇਸ਼ਰ ਸਾਨੂੰ ਸਭ ਵਿਸ਼ਵਾਸੀਆਂ ਨੂੰ ਮੁਕਤੀ ਦਿੰਦਾ ਹੈ ਜੇਕਰ ਅਸੀਂ ਆਪਣੇ ਪਾਪਾਂ ਤੋਂ ਪਛਤਾਵਾ ਕਰਕੇ ਉਸ ਵੱਲ ਮੁੜਦੇ ਹਾਂ, ਕਿਉਂਕਿ ਪ੍ਰਭੂ ਪਰਮੇਸ਼ਰ ਹੀ ਸਭ ਨੂੰ ਪਿਆਰ ਕਰਦਾ ਹੈ, ਸਭ ਦੇ ਗੁਨਾਹਾਂ ਤੋਂ ਪਾਪਾਂ ਤੋਂ ਮਾਫੀ ਦਿੰਦਾ ਹੈ। ਸਭ ਤੋਂ ਜ਼ਰੂਰੀ ਸਾਨੂੰ ਪ੍ਰਭੂ ਪਰਮੇਸ਼ਰ ਉੱਪਰ ਭਰੋਸਾ ਕਰਨਾ ਹੈ। ਸੋ ਪਲੀਜ਼ ਮੇਰੇ ਭੈਣ ਭਰਾਵੋ, ਹਰ ਰੋਜ਼ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ, ਵਿਸ਼ਵਾਸ ਰੱਖ ਕੇ ਦੁਆਵਾਂ ਕਰੋ, ਬੇਨਤੀਆਂ ਕਰੋ। ਪ੍ਰਭੂ ਆਪ ਸਭ ਨੂੰ ਤੇ ਮੈਨੂੰ ਵੀ ਮਾਫ ਕਰਕੇ ਸਵਰਗ ਦੇ ਭਾਗੀ ਬਣਾਵੇਗਾ। ਆਮੀਨ, ਹਾਲੇਲੂਇਆ। ਧੰਨਵਾਦ ਯਿਸੂ, ਥੈਂਕ ਯੂ ਜੀਸਸ, ਹਾਲੇਲੂਇਆ। ਮੇਰੇ ਭੈਣ ਭਰਾਵੋ, ਹੁਣ ਪੜ੍ਹਦੇ ਹਾਂ ਸੰਤ ਮਤੀ ਦੀ ਇੰਜੀਲ ਚੈਪਟਰ 19 3 ਤੋਂ 12 ਆਇਤਾਂ ਪੜ੍ਹਾਂਗੇ। ਸੈਂਟ ਮੈਥਿਊ ਚੈਪਟਰ 19 verses 3 till 12. Husband and wife are no longer two, but one body. ਪਤੀ ਅਤੇ ਪਤਨੀ ਹੁਣ ਦੋ ਨਹੀਂ, ਸਗੋਂ ਇੱਕ ਸਰੀਰ ਹੈ। ਤਲਾਕ ਸੰਬੰਧੀ ਸਿੱਖਿਆ। ਯਿਸੂ ਇਹ ਗੱਲਾਂ ਕਹਿ ਚੁੱਕਣ ਦੇ ਪਿੱਛੋਂ ਗਲੀਲ ਨੂੰ ਛੱਡ ਕੇ ਵਾਪਸ ਯਹੂਦੀਆਂ ਦੇ ਇਲਾਕਿਆਂ ਨੂੰ ਚਲੇ ਗਏ, ਜੋ ਜਰਦਨ ਦਰਿਆ ਦੇ ਦੂਜੇ ਪਾਸੇ ਵੱਲ ਹੈ। ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡੀ ਭੀੜ ਵੀ ਗਈ ਅਤੇ ਉਹਨਾਂ ਉੱਥੇ ਬਿਮਾਰਾਂ ਨੂੰ ਚੰਗਾ ਕੀਤਾ। ਕੁਝ ਫਰੀਸੀ ਉਹਨਾਂ ਕੋਲ ਆਏ ਅਤੇ ਉਹਨਾਂ ਨੂੰ ਪਰਤਾਉਣ ਦੇ ਲਈ ਪੁੱਛਣ ਲੱਗੇ ਕਿ ਕਿਸੇ ਆਦਮੀ ਨੂੰ ਆਪਣੀ ਔਰਤ ਨੂੰ ਕਿਸੇ ਕਾਰਨ ਤਲਾਕ ਦੇਣਾ ਚਾਹੀਦਾ ਹੈ। ਯਿਸੂ ਨੇ ਉੱਤਰ ਦਿੱਤਾ ਕਿ ਤੁਸੀਂ ਧਰਮ ਗ੍ਰੰਥ ਵਿੱਚ ਪੜ੍ਹਿਆ ਨਹੀਂ ਹੈ ਕਿ ਆਦਿ ਵਿੱਚ ਹੀ ਸਿਰਜਣਹਾਰ ਨੇ ਉਹਨਾਂ ਨੂੰ ਨਰ ਅਤੇ ਨਾਰੀ ਬਣਾਇਆ। ਯਿਸੂ ਨੇ ਅੱਗੇ ਕਿਹਾ, ਇਸੇ ਕਾਰਨ ਆਦਮੀ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਇਸੇ ਤਰ੍ਹਾਂ ਉਹ ਦੋਵੇਂ ਇੱਕ ਹੋਣਗੇ। ਇਸ ਲਈ ਉਹ ਅੱਗੇ ਤੋਂ ਦੋ ਨਹੀਂ ਬਲਕਿ ਇੱਕ ਹਨ। ਇਸ ਲਈ ਜਿਨ੍ਹਾਂ ਨੂੰ ਪਰਮੇਸ਼ਰ ਨੇ ਜੋੜਿਆ ਹੈ, ਆਦਮੀ ਉਹਨਾਂ ਨੂੰ ਵੱਖ ਨਾ ਕਰੇ। ਫਰੀਸੀਆਂ ਨੇ ਉਹਨਾਂ ਤੋਂ ਪੁੱਛਿਆ, ਪਰ ਮੂਸਾ ਨੇ ਤਲਾਕ ਲਿਖ ਕੇ ਛੱਡ ਦੇਣ ਦੀ ਆਗਿਆ ਕਿਉਂ ਦਿੱਤੀ ਹੈ? ਯਿਸੂ ਨੇ ਫਰੀਸੀਆਂ ਨੂੰ ਉੱਤਰ ਦਿੱਤਾ, ਮੂਸਾ ਨੇ ਤੁਹਾਡੇ ਮਨਾਂ ਦੀ ਕਠੋਰਤਾ ਦੇ ਕਾਰਨ ਇਹ ਆਗਿਆ ਦਿੱਤੀ ਹੈ। ਇਸ ਲਈ ਇਸ ਤਰ੍ਹਾਂ ਲਿਖੀ ਸੀ, ਪਰ ਸ੍ਰਿਸ਼ਟੀ ਦੇ ਸ਼ੁਰੂ ਵਿੱਚ ਇਸ ਤਰ੍ਹਾਂ ਨਹੀਂ ਸੀ। ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ, ਜੋ ਆਦਮੀ ਆਪਣੀ ਪਤਨੀ ਨੂੰ ਵਿਵਚਾਰ ਦੇ ਕਾਰਨ ਤੋਂ ਬਿਨਾਂ ਤਲਾਕ ਦਿੰਦਾ ਹੈ ਅਤੇ ਕਿਸੇ ਦੂਜੀ ਨਾਲ ਵਿਆਹ ਕਰਦਾ ਹੈ, ਉਹ ਵਿਵਚਾਰ ਕਰਦਾ ਹੈ।
ਇਹ ਸੁਣ ਕੇ ਚੇਲਿਆਂ ਨੇ ਯਿਸੂ ਨੂੰ ਕਿਹਾ, ਜੇਕਰ ਆਦਮੀ ਅਤੇ ਔਰਤ ਦੀ ਇਹ ਹਾਲਤ ਹੈ ਤਾਂ ਚੰਗਾ ਇਹ ਹੈ ਕਿ ਵਿਆਹ ਹੀ ਨਾ ਕੀਤਾ ਜਾਵੇ। ਉਹਨਾਂ ਨੇ ਚੇਲਿਆਂ ਨੂੰ ਉੱਤਰ ਦਿੱਤਾ, ਸਾਰੇ ਇਸ ਹੁਕਮ ਦੀ ਪਾਲਣਾ ਨਹੀਂ ਕਰ ਸਕਦੇ ਹਨ, ਕੇਵਲ ਉਹੀ ਕਰ ਸਕਦੇ ਹਨ ਜਿਨ੍ਹਾਂ ਨੂੰ ਪਰਮੇਸ਼ਰ ਵੱਲੋਂ ਇਹ ਕਰਨ ਦੀ ਸ਼ਕਤੀ ਦਿੱਤੀ ਜਾਂਦੀ ਹੈ। ਕੁਝ ਲੋਕੀ ਤਾਂ ਜਨਮ ਤੋਂ ਹੀ ਇਹੋ ਜਿਹੇ ਹੁੰਦੇ ਹਨ ਕਿ ਉਹ ਵਿਆਹ ਕਰਨ ਦੇ ਯੋਗ ਨਹੀਂ ਹੁੰਦੇ। ਕੁਝ ਦੀ ਇਹ ਹਾਲਤ ਆਦਮੀ ਬਣਾ ਦਿੰਦੇ ਹਨ, ਪਰ ਕੁਝ ਇਹੋ ਜਿਹੇ ਵੀ ਹਨ ਜੋ ਸਵਰਗ ਦੇ ਰਾਜ ਦੀ ਖਾਤਰ ਵਿਆਹ ਨਹੀਂ ਕਰਦੇ ਹਨ। ਜੋ ਕੋਈ ਵੀ ਇਸ ਦੀ ਪਾਲਣਾ ਕਰ ਸਕਦਾ ਹੈ ਉਹ ਕਰੇ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਸ਼ ਬਰਕਤ ਦੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, यूहन्ना ਬਪਤਿਸਮਾ ਦੇਣ ਵਾਲਾ ਵਿਆਹ ਅਤੇ ਤਲਾਕ ਦੇ ਵਿਰੁੱਧ ਆਵਾਜ਼ ਉਠਾਉਣ ਦੇ ਕਾਰਨ ਉਸ ਨੂੰ ਜੇਲ੍ਹ ਵਿੱਚ ਕੈਦ ਕੀਤਾ ਗਿਆ ਅਤੇ ਮਾਰ ਦਿੱਤਾ ਗਿਆ ਸੀ। ਫਰੀਸੀ ਦਲ ਦੇ ਧਾਰਮਿਕ ਲੀਡਰ ਵੀ ਯਿਸੂ ਮਸੀਹ ਨੂੰ ਇਸੇ ਤਰ੍ਹਾਂ ਦਾ ਪ੍ਰਸ਼ਨ ਪੁੱਛ ਕੇ ਫਸਾਉਣਾ ਚਾਹੁੰਦੇ ਸਨ। ਉਹ ਯਿਸੂ ਮਸੀਹ ਉੱਪਰ ਕਿਸੇ ਨਾ ਕਿਸੇ ਤਰੀਕੇ ਨਾਲ ਦੋਸ਼ ਲਾ ਕੇ ਗ੍ਰਿਫਤਾਰ ਕਰਨਾ ਚਾਹੁੰਦੇ ਸਨ, ਮਾਰ ਦੇਣਾ ਚਾਹੁੰਦੇ ਸਨ। ਫਰੀਸੀਆਂ ਨੇ ਯਿਸੂ ਮਸੀਹ ਨੂੰ ਤਲਾਕ ਦੇ ਦੋ ਉਲਟ ਵਿਚਾਰ ਪੁੱਛੇ। ਇੱਕ ਸੀ ਤਲਾਕ ਕਿਸੇ ਵੀ ਕਾਰਨ ਕਰਕੇ ਹੋ ਸਕਦਾ ਹੈ। ਦੂਜਾ, ਤਲਾਕ ਕੇਵਲ ਬੇਵਫਾਦਾਰੀ ਕਾਰਨ ਹੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਡਿਟਰੋਨੋਮੀ ਚੈਪਟਰ 24 ਵਰਸਸ 1 till 4, ਵਿਵਸਥਾ ਸਾਹਿਬ ਦਾ ਗ੍ਰੰਥ ਚੈਪਟਰ 24 1 ਤੋਂ 4 ਆਇਤਾਂ। ਯਿਸੂ ਮਸੀਹ ਨੇ ਕੇਵਲ ਤਲਾਕ ਨਾਲ ਵਿਆਹ ਉੱਪਰ ਜ਼ੋਰ ਦਿੱਤਾ ਹੈ, ਪਰ ਯਿਸੂ ਨੇ ਕੇਵਲ ਤਲਾਕ ਨਾਲੋਂ ਵਿਆਹ ਉੱਪਰ ਜ਼ਿਆਦਾ ਜ਼ੋਰ ਦਿੱਤਾ ਹੈ। ਯਿਸੂ ਮਸੀਹ ਨੇ ਇਸ਼ਾਰਾ ਕੀਤਾ ਕਿ ਪ੍ਰਭੂ ਪਰਮੇਸ਼ਰ ਨੇ ਵਿਆਹ ਸ਼ਾਦੀ ਦੀ ਰਸਮ ਨੂੰ ਪੱਕੇ ਤੌਰ 'ਤੇ ਇਕੱਠੇ ਰਹਿਣ ਦੀ ਇੱਛਾ ਪ੍ਰਗਟ ਕੀਤੀ ਹੈ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਜੈਨੇਸਿਸ ਚੈਪਟਰ 1 verse 27, ਜੈਨੇਸਿਸ ਚੈਪਟਰ 5 verse 2। ਪਤੀ ਦਾ ਮਾਤਾ ਪਿਤਾ ਨੂੰ ਛੱਡਣ ਬਾਰੇ ਅਸੀਂ ਪੜ੍ਹ ਸਕਦੇ ਹਾਂ ਜੈਨੇਸਿਸ ਚੈਪਟਰ 2 verse 24, ਉਤਪਤ ਦਾ ਗ੍ਰੰਥ ਚੈਪਟਰ 2 ਤੇ 24 ਆਇਤ। ਮੇਰੇ ਭੈਣ ਭਰਾਵੋ, ਪਿਤਾ ਪਰਮੇਸ਼ਰ ਨੇ ਵਿਆਹ ਦੀ ਮਹੱਤਤਾ ਬਾਰੇ ਚਾਰ ਕਾਰਨ ਦੱਸੇ ਹਨ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਸੰਤ ਮਤੀ ਦੇ ਇੰਜੀਲ ਚੈਪਟਰ 19 4 ਤੋਂ 6 ਆਇਤਾਂ, ਸੈਂਟ ਮੈਥਿਊ ਚੈਪਟਰ 19 verses 4 till 6। ਮੂਸਾ ਦੇ ਸਮੇਂ ਅਤੇ ਯਿਸੂ ਮਸੀਹ ਦੇ ਸਮੇਂ ਵੀ ਪਰਮੇਸ਼ਰੀ ਇੱਛਾ ਉਲਟ ਵਿਆਹ ਵਿੱਚ ਰੁਕਾਵਟਾਂ ਆਉਂਦੀਆਂ ਸਨ। ਅੱਜ ਦੇ ਸਮੇਂ ਵੀ ਵਿਆਹ ਵਿੱਚ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ। ਯਿਸੂ ਮਸੀਹ ਨੇ ਕਿਹਾ, ਤਲਾਕ ਲਿਖ ਕੇ ਦੇਣ ਦਾ ਨੇਮ ਮੂਸਾ ਨੇ ਲੋਕਾਂ ਦੇ ਸਖਤ ਦਿਲਾਂ ਕਰਕੇ ਦਿੱਤਾ ਸੀ। ਪੱਕੇ ਤੌਰ 'ਤੇ ਇਕੱਠੇ ਰਹਿਣਾ ਵਿਆਹ ਪਰਮੇਸ਼ਰ ਦੀ ਇੱਛਾ ਸੀ। ਵਿਆਹ ਕਰਕੇ ਇਕੱਠੇ ਰਹਿਣਾ ਇਹ ਪਰਮੇਸ਼ਰ ਦੀ ਇੱਛਾ ਸੀ, ਪਰ ਕਿਉਂਕਿ ਪਾਪੀ ਮਨੁੱਖੀ ਸੁਭਾਅ ਨੇ ਤਲਾਕ ਨੂੰ ਅਟਲ ਬਣਾ ਦਿੱਤਾ। ਕੁਝ ਸਮਾਜਿਕ ਨੇਮ ਔਰਤਾਂ ਦੇ ਸੁਰੱਖਿਅਤ ਲਈ ਬਣਾਏ ਹੋਏ ਸਨ, ਜਿਹੜੀਆਂ ਇਕੱਲੀਆਂ ਰਹਿੰਦੀਆਂ ਸਨ। ਆਦਮੀ ਔਰਤ ਨੂੰ ਤਲਾਕ ਲਿਖੇ ਬਿਨਾਂ ਘਰ ਤੋਂ ਬਾਹਰ ਨਹੀਂ ਕੱਢ ਸਕਦਾ ਸੀ। ਪਤੀ ਅਤੇ ਪਤਨੀ ਨੂੰ ਇੱਕ ਦੂਜੇ ਨੂੰ ਛੱਡਣ ਦੇ ਬਜਾਏ ਇਕੱਠੇ ਰਹਿਣ ਲਈ ਧਿਆਨ ਦੇਣਾ ਚਾਹੀਦਾ ਹੈ। ਪਤੀ ਪਤਨੀ ਨੂੰ ਸ਼ੁਰੂ ਤੋਂ ਹੀ ਤਲਾਕ ਵਿਰੁੱਧ ਅਤੇ ਆਪਸ ਵਿੱਚ ਹਮੇਸ਼ਾ ਇਕੱਠੇ ਰਹਿਣ ਦਾ ਫੈਸਲਾ ਕਰਨਾ ਚਾਹੀਦਾ ਹੈ। ਵਿਆਹ ਨਾ ਕਰਾਉਣ ਦੇ ਕਈ ਚੰਗੇ ਕਾਰਨ ਹਨ। ਇੱਕ, ਪਰਮੇਸ਼ਰ ਦੇ ਰਾਜ ਲਈ ਕੰਮ ਕਰਨ ਵਾਸਤੇ ਬਹੁਤ ਜ਼ਿਆਦਾ ਸਮਾਂ ਮਿਲ ਜਾਂਦਾ ਹੈ। ਇਹ ਨਹੀਂ ਸੋਚਣਾ ਕਿ ਪਰਮੇਸ਼ਰ ਹਰ ਇੱਕ ਨੂੰ
ਵਿਆਹ ਕਰਾਉਣ ਦੇ ਲਈ ਕਹਿੰਦਾ ਹੈ। ਬਹੁਤਿਆਂ ਲਈ ਚੰਗਾ ਹੋਵੇਗਾ ਜੇਕਰ ਉਹ ਵਿਆਹ ਨਹੀਂ ਕਰਦੇ। ਯਕੀਨ ਕਰੋ ਕਿ ਤੁਸੀਂ ਵਿਆਹ ਕਰਾਉਣ ਤੋਂ ਪਹਿਲਾਂ ਪ੍ਰਭੂ ਪਰਮੇਸ਼ਰ ਦੀ ਇੱਛਾ ਨੂੰ ਖੋਜੋ, ਪ੍ਰਾਰਥਨਾ ਕਰੋ ਕਿ ਵਿਆਹਤਾ ਜ਼ਿੰਦਗੀ ਪ੍ਰਭੂ ਦੀ ਕਿਰਪਾ ਨਾਲ ਸਫਲ ਹੋਵੇ। ਪ੍ਰਭੂ ਯਿਸੂ ਕਹਿੰਦੇ ਹਨ, ਕੁਝ ਲੋਕ ਸਰੀਰਕ ਬਿਮਾਰੀਆਂ ਦੇ ਕਾਰਨ ਵਿਆਹ ਨਹੀਂ ਕਰਦੇ, ਜਦ ਕਿ ਕੁਝ ਲੋਕ ਪਰਮੇਸ਼ਰ ਦੀ ਸ਼ਕਤੀ ਰਾਹੀਂ ਵਿਆਹ ਨਾ ਕਰਾਉਣ ਨੂੰ ਚਾਹੁੰਦੇ ਹਨ ਕਿ ਉਹਨਾਂ ਨੇ ਵਿਆਹ ਨਹੀਂ ਕਰਨਾ, ਤਾਂ ਕਿ ਉਹ ਪੂਰੀ ਆਜ਼ਾਦੀ ਨਾਲ ਪ੍ਰਭੂ ਪਰਮੇਸ਼ਰ ਦੀ ਸੇਵਾ ਇਕੱਲੇ ਰਹਿ ਕੇ ਕਰ ਸਕਦੇ ਹਨ। ਮੇਰੇ ਭੈਣ ਪ੍ਰਭੂ ਯਿਸੂ ਇਹ ਨਹੀਂ ਸਿੱਖਿਆ ਦੇ ਰਹੇ ਸਨ ਕਿ ਕੋਈ ਵਿਆਹ ਨਾ ਕਰਾਏ। ਉਹ ਕਹਿੰਦੇ ਹਨ, ਜੋ ਕੋਈ ਇਸ ਦੀ ਪਾਲਣਾ ਕਰ ਸਕਦਾ ਹੈ, ਖੁਸ਼ੀ ਨਾਲ ਕਰੇ। ਇਕੱਲੇ ਰਹਿਣ ਦਾ ਇੱਕ ਹੀ ਚੰਗਾ ਕਾਰਨ ਹੈ ਕਿ ਅਸੀਂ ਕਾਫੀ ਸਮਾਂ ਕੱਢ ਕੇ ਪ੍ਰਭੂ ਪਰਮੇਸ਼ਰ ਦੀ ਸੇਵਾ ਕਰ ਸਕਦੇ ਹਾਂ। ਹਰ ਸਮੇਂ ਪ੍ਰਭੂ ਵਿੱਚ ਧਿਆਨ ਲਗਾ ਸਕਦੇ ਹਾਂ। ਬਿਨਾਂ ਕਿਸੇ ਚਿੰਤਾ ਤੋਂ ਪ੍ਰਭੂ ਪਰਮੇਸ਼ਰ ਦੀ ਆਰਾਧਨਾ ਕਰ ਸਕਦੇ ਹਾਂ। ਸੋ ਮੇਰੇ ਭੈਣ ਪ੍ਰਭੂ, ਵਿਅਕਤੀ ਜੀਵਨ ਬਚਾਉਣ ਲਈ ਪਾਪਾਂ ਅਤੇ ਗੁਨਾਹਾਂ ਤੋਂ ਦੂਰ ਰਹਿਣਾ ਹੈ, ਇੱਕ ਦੂਜੇ ਉੱਪਰ ਭਰੋਸਾ ਕਰਨਾ ਹੈ, ਵਿਸ਼ਵਾਸ ਕਰਨਾ ਹੈ ਅਤੇ ਪ੍ਰਭੂ ਪਰਮੇਸ਼ਰ ਅੱਗੇ ਦੁਆਵਾਂ ਕਰਨੀਆਂ, ਬੇਨਤੀਆਂ ਕਰਨੀਆਂ ਕਿ ਉਹ ਸਭ ਨੂੰ ਅਸੀਸ ਅਤੇ ਬਰਕਤਾਂ ਨਾਲ ਭਰਪੂਰ ਕਰੇ। ਸਾਨੂੰ ਸਭ ਨੂੰ ਪ੍ਰਭੂ ਯਿਸੂ ਉੱਪਰ ਵਿਸ਼ਵਾਸ ਕਰਨਾ ਹੈ, ਉਸ ਦੇ ਹੁਕਮਾਂ ਅਤੇ ਵਚਨਾਂ ਦੇ ਅਨੁਸਾਰ ਜੀਵਨ ਗੁਜ਼ਾਰਨਾ ਹੈ। ਸੋ ਪਲੀਜ਼ ਮੇਰੇ ਭੈਣ ਭਰਾ, ਹਰ ਰੋਜ਼ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ, ਵਿਸ਼ਵਾਸ ਕਰਕੇ ਦੁਆਵਾਂ ਕਰੋ, ਬੇਨਤੀਆਂ ਕਰੋ। ਪ੍ਰਭੂ ਯਿਸੂ ਮੈਨੂੰ ਅਤੇ ਆਪ ਨੂੰ ਮਾਫ ਕਰਕੇ ਸੁਰ ਰਾਜ ਦੇ ਭਾਗੀ ਬਣਾਵੇ। ਆਮੀਨ, ਹਾਲੇਲੂਇਆ। ਧੰਨਵਾਦ ਯਿਸੂ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਯਾਦ ਬਾਰ ਧੰਨਵਾਦ ਕਰਦੇ ਪਏ ਯਿਸੂ ਜੀ, ਜੋ ਤੁਸੀਂ ਸਾਨੂੰ ਅੱਜ ਦੇ ਇਹ ਵਚਨ ਤੇ ਜਿੰਨੇ ਵੀ ਸਾਡੇ ਭੈਣ ਭਰਾ ਦਾ ਵਚਨ ਸੁਣਦੇ ਹਨ, ਆਦਿ ਪਰ ਵਿਸ਼ਵਾਸ ਕਰਦੇ ਨੇ, ਕਰਦੇ ਹਨ। ਪਰ ਯਿਸੂ ਨਾਲ ਸਭ ਦੇ ਵਿਸ਼ਵਾਸ ਨੂੰ ਵਧਾਉਣਾ ਪਏ ਯਿਸੂ ਜੀ। ਸਾਡੇ ਕੰਮ ਕਾਰ 'ਚ ਬਰਕਤ ਦੇਣਾ, ਘਰਾਂ ਵਿੱਚ ਸ਼ਾਂਤੀ ਦੇਣੀ, ਪਤੀ ਪਤਨੀਆਂ ਵਿੱਚ ਆਪਸ ਵਿੱਚ ਪਿਆਰ ਦੇ ਨਾਲ ਪ੍ਰਭੂ ਯਿਸੂ ਸਾਨੂੰ ਸ਼ਕਤੀ ਦੇਣਾ ਕਿ ਅਸੀਂ ਆਪਸ ਵਿੱਚ ਪਿਆਰ ਦੇ ਨਾਲ ਰਹਿ ਸਕੀਏ। ਆਪਦੀ ਸ਼ਕਤੀ ਰਾਹੀਂ, ਆਪਦੇ ਬਰਕਤ ਦੇ ਰਾਹੀਂ, ਅਸੀਸਾਂ ਰਾਹੀਂ, ਆਪਦੇ ਪਿਤਾ ਆਤਮਾ ਦੀ ਸ਼ਕਤੀ ਰਾਹੀਂ ਪ੍ਰਭੂ ਜੀ ਸਾਨੂੰ ਅਸੀਸ ਦੇਣਾ, ਬਰਕਤਾਂ ਦੇਣਾ, ਬਲੈਸਿੰਗ ਦੇਣਾ, ਔਰ ਸਾਨੂੰ ਹਰ ਸ਼ੈਤਾਨੀ ਤਾਕਤ ਤੋਂ ਬਚਾ ਕੇ ਰੱਖਣਾ। ਥੈਂਕ ਯੂ ਜੀ, ਥੈਂਕ ਯੂ ਜੀਸਸ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਡੀ ਸਭ ਦੀ ਦੁਆ ਸੁਣਦੇ ਹੋ, ਪ੍ਰਾਰਥਨਾ ਸੁਣਦੇ ਹੋ, ਸਭ ਦਾ ਸਾਥ ਦਿੰਦੇ ਹੋ। ਥੈਂਕ ਯੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ। ਤਾਂ ਯਿਸੂ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਹਾਲੇਲੂਇਆ। ਥੈਂਕ ਯੂ ਜੀਸਸ, ਹਾਲੇਲੂਇਆ। ਤਾਂ ਯਿਸੂ, ਥੈਂਕ ਯੂ ਜੀਸਸ। ਮੇਰੇ ਭੈਣ ਭਰਾਵੋ, ਅਸੀਂ ਸ਼ਾਰਟ ਪ੍ਰਾਰਥਨਾ ਕਰਦੇ ਹਾਂ। ਪ੍ਰਭੂ ਯਿਸੂ ਮਸੀਹ ਦੀ ਸਿਖਾਈ ਪ੍ਰਾਰਥਨਾ। ਐ ਸਾਡੇ ਬਾਪ ਜੋ ਤੂੰ ਅਸਮਾਨ 'ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਜਾਵੇ, ਤੇਰੀ ਮਰਜ਼ੀ ਜਿਹੜੀ ਆਸਮਾਨ 'ਤੇ ਪੂਰੀ ਜ਼ਮੀਨ 'ਤੇ ਪੂਰੀ ਹੋਵੇ। ਸਾਡੇ ਰੋਜ਼ ਰੋਟੀ ਸਾਨੂੰ ਅੱਜ ਦੇ, ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਬਹੁਤ ਕਸੂਰ ਮਾਫ ਕਰਦੇ ਹਾਂ। ਸਾਨੂੰ ਇਸ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਬਾਦਸ਼ਾਹੀ, ਕੁਦਰਤ ਤੇ ਜਲਾਸਾਂ ਤਾਂ ਹਮੇਸ਼ਾ ਆਪਦੇ ਹਨ। ਆਮੀਨ, ਹਾਲੇਲੂਇਆ। ਧੰਨਵਾਦ ਯਿਸੂ, ਥੈਂਕ ਯੂ ਜੀਸਸ। ਮਾਂ ਮਰੀਅਮ, ਯਿਸੂ ਦੀ ਮਾਂ, ਸਾਡੀ ਸਭ ਦੀ ਮਾਂ, ਸੰਤ ਮਾਂ ਟਰੀਜ਼ਾ, ਸੰਤ ਜੋਸਫ, ਸੰਤ ਪੌਲ, ਸੰਤ ਪੀਟਰ, ਸੰਤ ਮਾਈਕਲ, ਸੰਤ ਜਬਰਾਇਲ, ਸੰਤ ਰਫਾਇਲ, ਸਾਰੇ ਸੰਤ ਅਤੇ ਫਰਿਸ਼ਤਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ। ਪਰ ਯਿਸੂ ਦੇ ਅੱਗੇ ਦੁਆ ਕਰੋ, ਪ੍ਰਾਰਥਨਾ ਕਰੋ, ਬੇਨਤੀਆਂ ਕਰੋ ਕਿ ਯਿਸੂ ਸਾਨੂੰ ਸਭ ਭੈਣ ਭਰਾਵਾਂ ਨੂੰ ਤੰਦਰੁਸਤੀ ਚੰਗਿਆਈ ਦੇਵੇ। ਖਾਸ ਕਰਕੇ ਸਾਡੇ ਭੈਣ ਭਰਾ ਘਰਾਂ 'ਚ ਬਿਮਾਰ ਹਨ ਜਾਂ ਹੌਸਪੀਟਲ ਬਿਮਾਰ ਹਨ, ਪਰ ਯਿਸੂ ਉਹਨਾਂ ਨੂੰ ਤੰਦਰੁਸਤੀ ਚੰਗਿਆਈ ਬਖਸ਼ੇ। ਆਮੀਨ। ਸਲਾਮ ਹੈ ਮਰੀਮ, ਭਾਈ ਨਾ ਪਰੇ ਖੁਦਾਵੰਦ ਦੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਾਨਾ ਨਾਲ ਤਾਨਾ ਤੇ ਪੇਟ ਦਾ ਭਾਈ ਯਿਸੂ। ਐਜ਼ਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਦੀ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ। ਆਮੀਨ। ਮਾਂ ਬੇਟਾ ਤੇਰੇ ਦੀ ਵਡਿਆਈ ਹੋਵੇ, ਜਿਹੜੇ ਮੁੱਢੋਂ ਸੰਤ ਹਮੇਸ਼ਾ ਹੋਵੇਗੀ। ਆਮੀਨ। ਐ ਮੇਰੇ ਨਿਹਤਮੇ ਭਾਈ ਯਿਸੂ, ਸਾਡੇ ਗੁਨਾਹ ਸਾਨੂੰ ਮਾਫ ਕਰ, ਨਰਕ ਦੀ ਅੱਗ ਤੋਂ ਸਾਨੂੰ ਬਚਾ, ਸਭ ਨੂੰ ਸੁਰਗ ਵਿੱਚ ਲੈ, ਖਾਸ ਕਰਕੇ ਉਹਨਾਂ ਤੇਰੇ ਰਹਿਮਤ ਦੇ ਬਹੁਤ ਲੋੜਵੰਦ ਹਨ। ਆਮੀਨ, ਹਾਲੇਲੂਇਆ। ਧੰਨਵਾਦ ਯਿਸੂ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਦਇਆ ਤੇ ਸ਼ਾਂਤੀ, ਪਰਮੇਸ਼ਰ ਦਾ ਪਿਆਰ, ਪਿਤਾ ਦੀ ਸੰਗਤ ਸਾਡੇ ਸਭ ਭੈਣ ਭਰਾ ਦੇ ਨਾਲ ਹੋਵੇ।
Amen. God bless you. Ba beta drupana. Amen. In the Father, Son, and the Holy Spirit. Amen.